ਹੁਣ ਸਾਡੇ ਮੁੱਖ ਮਹਿਮਾਨ ਅੱਜ ਦੇ ਸਾਡੇ ਅਮਰ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਛੰਦੜਾ ਮੁਖੀ ਉਸ ਵੇਲੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਉਹਨਾਂ ਦੇ ਸੁਪੁੱਤਰ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਪ੍ਰਧਾਨ ਨੇ ਜਿਹੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸੇਵਾ ਨਿਭਾ ਰਹੇ ਆ ਤੇ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ। ਮੈਂ ਵੀਰਾਂ ਨੂੰ ਬੇਨਤੀ ਕਰਨਾ ਚੰਦ ਕੁ ਮਿੰਟ ਬਸ ਬਹਿ ਜਾਓ ਵੀ ਬਹੁਤ ਜ਼ਿਆਦਾ ਲੰਮਾ ਪ੍ਰੋਗਰਾਮ ਨਹੀਂ ਹੈਗਾ। ਅਸੀਂ ਵੀਰ ਜੀ ਦੇ ਅਮਰਤਪਾਲ ਸਿੰਘ ਜੀ ਛੰਦੜਾ ਜੀ ਦੇ ਵਿਚਾਰ ਸੁਣਨੇ ਆ। ਹੁਣ ਅਸੀਂ ਬੇਨਤੀ ਕਰਦੇ ਆ ਅਮਰਤਪਾਲ ਸਿੰਘ ਜੀ ਛੰਦੜਾ ਆਉਣ ਤੇ ਵਿਚਾਰ ਸੁਣਨ ਕਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ ਬੋਲੇ ਸੋ ਨਿਹਾਲ। ਅਮਰਤਪਾਲ ਸਿੰਘ ਛੰਦੜਾ ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਫੜ ਲਿਓ ਵੀਰੋ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗਾ ਵੀਰ ਅਮਰਦੀਪ ਸਿੰਘ ਤੇ ਨਾਲ ਖੁਣਖੁਣ ਸਾਹਿਬ ਤੇ ਮਾਸਟਰ ਕੁਲਦੀਪ ਸਿੰਘ ਜੀ ਤੇ ਨਾਲ ਸੰਦੀਪ ਸਿੰਘ ਜੀ ਖਾਲਸਾ, ਇਹਨਾਂ ਦੀ ਸਮੁੱਚੀ ਟੀਮ ਦੀ ਜਿਨ੍ਹਾਂ ਨੇ ਅੱਜ ਇੱਥੇ ਸਾਰੀ ਸੰਗਤਾਂ ਦਾ ਰੂਬਰੂ ਹੋਣ ਦਾ ਮੌਕਾ ਦਿੱਤਾ। ਉਹ ਤੋਂ ਬਾਅਦ ਜਿਹੜੀ ਅੱਜ ਦੀ ਆਪਣੀ ਜਿਹੜੀ ਮੀਟਿੰਗ ਹੈ, ਆਪਾਂ ਜਿਹੜੇ ਨੌਜਵਾਨਾਂ ਨੂੰ ਬੇਨਤੀਆਂ ਕਰਦੇ ਹਾਂ ਹਰ ਇੱਕ ਥਾਂ 'ਤੇ ਜਾ ਕੇ, ਉਹਦੇ ਨਾਲ ਜਿਹੜੀ ਆਪਾਂ ਜਿਹੜੀ ਹੈਗੀ ਆ ਤੁਹਾਨੂੰ ਇੱਕ ਇਤਿਹਾਸ ਦੀ ਜਿਹੜੀ ਨਾਲ ਮੈਂ ਮਾੜਾ ਜੋੜ ਕੇ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਆਪਾਂ ਨੂੰ ਕਿਉਂ ਜ਼ਰੂਰੀ ਆ ਆਪਣੀ ਪਾਰਟੀ ਨਾਲ ਚੱਲਣਾ। ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਬਈ ਇਹ ਵੀ ਕਿਉਂ ਬਾਕੀ ਪਾਰਟੀਆਂ ਤੋਂ ਅੱਡ ਆ, ਬਈ ਜਿਹੜੀ ਆਪਾਂ ਬਈ ਇੱਥੇ ਖੁੱਲ੍ਹੇ ਕੇ ਆਪਾਂ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ ਜਾਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ, ਅਸੀਂ ਕਿਉਂ ਕਰਦੇ ਹਾਂ। ਸਭ ਤੋਂ ਪਹਿਲਾਂ ਜਦੋਂ ਆਪਾਂ ਆਪਣਾ ਦੇਸ਼ ਜਿਹੜਾ ਇਹ 31 ਦੇਸ਼ ਆ ਉਹਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣੇ ਸਿੱਖਾਂ ਦੇ 93% ਜਿਹੜੇ ਸਿਰ ਲੱਗੇ। ਜਦ ਆਪਣੇ 93% ਸਿਰ ਲੱਗੇ ਉਹ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਗਿਆ ਵੀ ਤੁਸੀਂ ਜਦੋਂ ਆਪਣੇ ਦੇਸ਼ ਨੂੰ ਜਦ ਆਪਣਾ ਦੇਸ਼ ਅੱਡ ਲੈਣਾ ਹੋਇਆ ਤੇ ਉਦੋਂ ਤੁਸੀਂ ਲੈ ਸਕਦੇ ਹੋ ਵੀ ਆਪਾਂ ਤਾਂ 9 ਮਾਸ ਦਾ ਰਿਸ਼ਤਾ ਵਾ, ਆਪਾਂ ਕਿਹੜਾ ਦੂਰ ਚੱਲੇ ਆ। ਪਰ ਜਦੋਂ ਸਾਡੇ ਹੱਕ ਦੀ ਗੱਲ ਆਈ ਉਦੋਂ ਆਪਣਾ ਲਾਜਪਤ ਰਾਏ ਕਹਿੰਦਾ ਜੀ ਗਾਂਧੀ ਜੀ ਨਾਲ ਤੁਹਾਡਾ ਜਿਹੜੀ ਗੱਲਬਾਤ ਹੋਈ ਸੀ अब ਸਮਾਂ ਬਦਲ ਚੁੱਕਾ ਹੈ। ਬਈ ਹੁਣ ਜਿਹੜਾ ਤੁਹਾਡਾ ਸਮਾਂ ਵਾ ਇਹ ਬਦਲ ਗਿਆ। ਬਈ ਹੁਣ ਤਾਂ ਤੁਹਾਡੀ ਜਿਹੜੀ ਗੱਲਬਾਤ ਹੋਈ ਸੀ ਇਹ ਗਾਂਧੀ ਜੀ ਨਾਲ ਹੋਈ ਸੀ, ਅੱਡ ਦੇਸ਼ ਦੀ ਸਾਡੇ ਨਾਲ ਨਹੀਂ ਹੋਈ ਸੀ। ਤੇ ਮਾਸਟਰ ਜੀ ਹੋਣੀ ਉਦੋਂ ਫਿਰ ਜਿਹੜੇ ਸੀਗੇ ਉਹ ਫਿਰ ਰਹਿ ਗਏ। ਤੇ ਉਹ ਤੋਂ ਬਾਅਦ ਜਿਹੜਾ ਸਾਡਾ 84 ਦੇ ਵਿੱਚ ਜਿਹੜਾ ਇੱਕ ਘਾਣ ਹੋਇਆ ਸਿੱਖਾਂ ਦਾ, ਉਹ ਕੀ ਆ ਵੀ ਇੱਕ ਸਿੱਧੀ ਆਪਣੀ ਜਿਹੜੀ ਇੱਕ ਸਿੱਖ ਕੌਮ ਦਾ ਵੱਧ ਤੋਂ ਵੱਧ ਉਹਨਾਂ ਨੇ ਸਿੱਖ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਨਸਲਕੁਸ਼ੀ ਕੀਤੀ ਗਈ ਹੈ ਸਾਡੀ ਕੌਮ ਦੀ। ਉਸ ਵੇਲੇ 84 ਦੇ ਵਿੱਚ ਉਹਨਾਂ ਨੇ ਕੀ ਸੀਗਾ, ਸੰਤਾਂ ਨੇ ਕੋਈ ਅੱਡ ਚੀਜ਼ ਨਹੀਂ ਮੰਗੀ ਸੀ। ਉਹਨਾਂ ਨੇ ਜਿਹੜੇ ਇੱਕ ਸਟੇਟ ਦੇ ਜਿਹੜੇ ਹੱਕ ਹੁੰਦੇ ਆ ਉਹ ਮੰਗੇ ਸੀ। ਉਹਨਾਂ ਨੇ ਕਿਹਾ ਸੀ ਜਿਹੜਾ ਪਾਣੀ ਆ, ਪਾਣੀ ਦੇ ਹੱਕ ਸਾਨੂੰ ਪਹਿਲਾਂ ਹੋਣੇ ਚਾਹੀਦੇ ਆ। ਜਿਹੜਾ ਕੋਈ ਸਾਡੀ ਬੋਲੀ ਆ, ਪੰਜਾਬੀ ਬੋਲੀ ਆ, ਸਾਡੀ ਬੋਲੀ ਦੀ ਪਹਿਲੇ ਆਧਾਰ ਤੇ ਹੋਣੀ ਚਾਹੀਦੀ ਆ। ਜਿਹੜੇ ਅੱਜ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਦੇ ਜਿਹੜੇ ਆਪਾਂ ਕੀ ਕਹਿੰਦੇ ਸਰੀਰ ਦੇ ਉਹਨਾਂ ਦੇ ਜਿਹੜੇ ਵੀ ਪੰਨੇ ਪਾੜੇ ਜਾਂਦੇ ਆ, ਉਹਨਾਂ ਨੇ ਉਹਦੇ ਵਿੱਚ ਇਹ ਕਿਹਾ ਸੀਗਾ ਵੀ ਜਿਹੜਾ ਉਸ ਵੇਲੇ ਇਹ ਬੇਅਦਬੀ ਕਰੂਗਾ ਉਹਨੂੰ 302 ਲੱਗਣੀ ਚਾਹੀਦੀ ਆ। ਕੋਰਟ ਵੀ ਮੰਨਦੀ ਆ ਬਈ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਜਾਗਦੀ ਜੋਤ ਨੇ, ਉਹਨਾਂ ਨੇ ਇਹ ਕਦੇ ਵੀ ਜਦ ਕਿਤੇ ਬੇਅਦਬੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਉੱਥੇ ਪੇਸ਼ ਕਰਿਆ ਜਾਂਦਾ ਐਵੀਡੈਂਸ ਦੇ ਤੌਰ ਤੇ ਵੀ ਇਹਨਾਂ ਦੇ ਪੰਨੇ ਇੱਥੋਂ ਬਈ ਪਾੜੇ ਗਏ, ਇਹਨਾਂ ਨੇ ਅੰਗ ਪਾੜੇ ਗਏ ਆ। ਬਲਕਿ ਉਹਨਾਂ ਦੀ ਇੱਕ ਟੀਮ ਜਾਂਦੀ ਆ ਉੱਥੇ ਜਾ ਕੇ ਦੇਖਣ ਜਿੱਥੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੁੰਦੇ ਆ ਬਈ ਉਹਨਾਂ ਦੇ ਕਿੱਥੇ ਵੀ ਕਿੰਨੇ ਅੰਗ ਪਾੜੇ ਗਏ ਆ। ਜਿਵੇਂ ਕਿਸੇ ਕੋਈ ਬੰਦਾ ਮਰ ਜੇ ਤੇ ਬੰਦੇ ਨੂੰ ਉੱਥੇ ਨਹੀਂ ਲੈ ਕੇ ਲਿਆ ਸਕਦੇ ਨਾ ਕੋਰਟ ਦੇ ਵਿੱਚ, ਮਰਚਰੀ ਦੇ ਵਿੱਚ ਜਾ ਕੇ ਦੇਖਣਾ ਪੈਂਦਾ ਵੀ ਉਹਦੇ ਕੀ ਵੀ ਕਿੱਥੇ ਸੱਟਾਂ ਲੱਗੀਆਂ। ਉਵੇਂ ਹੀ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਜਾ ਕੇ ਦੇਖਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਨਹੀਂ ਕੋਰਟ ਦੇ ਵਿੱਚ ਆਉਂਦੇ ਐਵੀਡੈਂਸ ਦੇ ਤੌਰ ਤੇ ਕਦੇ ਵੀ। ਇਸ ਕਰਕੇ ਉਹਨਾਂ ਨੇ ਇਹ ਕਿਹਾ ਸੀਗਾ ਬਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਦ ਬੇਅਦਬੀ ਹੋਵੇ ਤੇ ਉਹਦੇ ਤੇ 302 ਦਾ ਪਰਚਾ ਹੋਵੇ। ਉਹਨਾਂ ਨੇ ਨੌਜਵਾਨਾਂ ਲਈ ਵੀ ਮੰਗਾਂ ਮੰਗੀਆਂ ਸੀ। ਉਹਨਾਂ ਨੇ ਨੌਜਵਾਨਾਂ ਲਈ ਮੰਗਾਂ ਮੰਗੀਆਂ ਸੀ ਵੀ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ, ਪੜ੍ਹੇ ਲਿਖੇ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕੋਈ ਨਹੀਂ ਪੈਸੇ ਵੀ ਮਿਲਦੀ ਨੌਕਰੀ ਮਿਲਦੀ ਕਿਸੇ ਕੰਪਨੀ 'ਚ ਜਿਹੜੀ ਉਹਨਾਂ ਦੀ ਸਟੱਡੀ ਕੀਤੀ ਹੋਈ ਆ, ਉਹਨਾਂ ਨੂੰ ਉਸ ਹਿਸਾਬ ਦਾ ਭੱਤਾ ਦਿੱਤਾ ਜਾਵੇ ਸਰਕਾਰ ਵੱਲੋਂ ਬਈ ਤਾਂ ਕਿ ਨੌਜਵਾਨਾਂ ਦੇ ਵਿੱਚ ਇਹ ਉਤਸ਼ਾਹ ਹੋਵੇ ਵੀ ਅਸੀਂ ਪੜ੍ਹੀਏ। ਪਰ ਸਰਕਾਰ ਨੇ ਗੰਦੀਆਂ ਨੀਤੀਆਂ ਦੀ ਜਿਹੜੀ ਸ਼ੁਰੂ ਤੋਂ ਪੰਜਾਬ ਲਈ ਸੀਗੀਆਂ ਉਹਨਾਂ ਨੇ ਉਹ ਦਿਖਾਉਂਦੇ ਹੋਏ ਹਰਿਮੰਦਰ ਸਾਹਿਬ ਦੇ ਟੈਂਕ ਚਾੜੇ।
ਟੈਂਕ ਚੜ੍ਹ ਕੇ ਸੰਤ ਸ਼ਹੀਦ ਹੋਏ। ਸੰਤਾਂ ਤੋਂ ਬਾਅਦ ਉਹਨਾਂ ਦੇ ਨਾਲ ਦੇ ਜਿੰਨੇ ਸਿੰਘ ਸੀਗੇ ਉਹ ਸ਼ਹੀਦ ਹੋਏ। ਤੇ ਸਰਕਾਰ ਨੂੰ ਇਹ ਸੀਗਾ ਵੀ ਕਿਵੇਂ ਨਾ ਕਿਵੇਂ ਕਰਕੇ ਵੀ ਜੇ ਇੱਕ ਵਾਰ ਹੋ ਗਿਆ ਵੀ ਬਲੂ ਸਟਾਰ ਹੋ ਗਿਆ ਤੇ ਵੀ ਸਾਰਾ ਕੁਝ ਸ਼ਾਂਤ ਹੋ ਜਾਊਗਾ। ਪਰ ਪਿੰਡਾਂ ਦੇ ਵਿੱਚੋਂ ਨੌਜਵਾਨ ਖੜੇ ਹੋਏ, ਜਿਹਦੇ ਵਿੱਚ ਦਾਸ ਦੇ ਫਾਦਰ ਸਾਹਿਬ ਨੇ ਵੀ ਹਿੱਸਾ ਲਿਆ। ਆਪਣੇ ਨਾਲ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਸੀ, ਆਪਣੇ ਨਾਲ ਇੱਥੇ ਪਿੰਡ ਪੈਂਦਾ ਜੂਰਾ ਟਾਂਡੇ ਦੇ ਨਾਲ, ਤੇ ਉੱਥੇ ਜਗਦੀਸ਼ ਸਿੰਘ ਦਿਸ਼ਾ ਸ਼ਹੀਦ ਹੋਏ ਆ ਫਾਦਰ ਸਾਹਿਬ ਨਾਲ। ਤੇ ਹੋਰ ਅਨੇਕਾਂ ਹੀ ਸਿੰਘ ਜਿਹੜੇ ਸੀਗੇ ਵੀ ਉਹਨਾਂ ਨੇ ਇੱਥੋਂ ਆਪਣੇ ਪੰਜਾਬ ਦੇ ਪਿੰਡਾਂ ਤੋਂ ਉੱਠ ਕੇ ਆਪਣੇ ਸਿਰ ਉੱਠ ਚੱਕਣੇ ਸ਼ੁਰੂ ਕਰੇ। ਫਿਰ ਇੱਕ ਸਰਕਾਰ ਨੂੰ ਜਦ ਦਿਖਿਆ ਵੀ ਉਹਨਾਂ ਨੂੰ ਜੋ ਭੁਲੇਖਾ ਸੀਗਾ ਵੀ ਸੰਤਾਂ ਤੋਂ ਬਾਅਦ ਕੋਈ ਇੱਥੇ ਨਹੀਂ ਉੱਠੂਗਾ, ਪਰ ਪਿੰਡਾਂ ਦੇ ਵਿੱਚ ਨੌਜਵਾਨੀ ਖੜੀ ਹੋਈ ਤੇ ਨੌਜਵਾਨੀ ਨੂੰ ਇਹਨਾਂ ਨੇ ਖਤਮ ਕਰਨ ਦੀ ਜਦ ਕਿਤੇ ਦੁਬਾਰਾ ਯਤਨ ਕਰੇ। ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਨੇ ਕਦੇ ਆਪਣੇ ਨੌਜਵਾਨ ਕਿਸੇ ਦੇ ਪੱਗ ਬੰਨੀ ਹੁੰਦੀ ਸੀ ਉਹਨੂੰ ਚੱਕ ਕੇ ਲੈ ਜਾਂਦੇ ਸੀਗੇ, ਜਾਂ ਕਿਸੇ ਦੇ ਬਈ ਕੋਈ ਮਾੜਾ ਜਿਹਾ ਵੀ ਪਤਾ ਲੱਗ ਜੇ ਵੀ ਕੋਈ ਸਿੰਘ ਘਰੇ ਆਇਆ ਉਹਨਾਂ ਨੂੰ ਚੱਕ ਕੇ ਲੈ ਜਾਣਾ, ਉਹਨਾਂ ਦੇ ਪਰਿਵਾਰ ਨੂੰ ਸਾਰੇ ਨੂੰ ਚੱਕ ਕੇ ਲੈ ਜਾਣਾ। ਛੋਟੇ ਛੋਟੇ ਬੱਚੇ ਵੀ ਥਾਣਿਆਂ ਦੇ ਵਿੱਚ ਰਾਤ ਕੱਢ ਕੇ ਆਉਂਦੇ ਸੀ। ਤੇ ਉਦੋਂ ਇਹਨਾਂ ਨੇ ਇਹ ਵੇਖਿਆ, ਜਦ ਉਹ ਨੌਜਵਾਨੀ ਨੂੰ ਇਹਨਾਂ ਨੇ ਖਤਮ ਕਰਨਾ ਸ਼ੁਰੂ ਕਰਿਆ ਬਈ ਇਹ ਜਦ ਆਪਣਾ ਇਤਿਹਾਸ ਦੇਖਿਆ ਗਿਆ, ਉਹਨਾਂ ਨੇ ਇਹ ਵੇਖਿਆ ਵੀ ਇਹ ਜਿਹੜੀ ਕੌਮ ਆ ਇਹ ਐਵੇਂ ਖਤਮ ਹੋਣ ਵਾਲੀ ਨਹੀਂ। ਇਹਨਾਂ ਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਨਾ ਹੀ ਸਿਰ ਕੱਢਣਗੇ ਬਾਹਰ ਨੂੰ। ਫਿਰ ਇਹਨਾਂ ਨੇ ਸਾਡਾ ਇਤਿਹਾਸ ਜਿਹੜਾ ਵਾ ਬਈ ਉਹ ਸਾਨੂੰ ਮਾਨਸਿਕ ਤੌਰ ਤੇ ਖਤਮ ਕਰਨਾ ਸ਼ੁਰੂ ਕਰ ਦਿੱਤਾ। ਬਈ ਜਿਹੜੇ ਸਾਡੇ ਨੌਜਵਾਨੀ ਆ ਉਹ ਆਪਣੇ ਇਤਿਹਾਸ ਨਾਲ ਨਾ ਜੁੜ ਸਕੇ। ਸਾਡੀ ਨੌਜਵਾਨੀ ਆਪਣੇ ਇਤਿਹਾਸ ਤੋਂ ਮੁਨਕਰ ਹੋ ਕੇ ਦੂਜੇ ਪਾਸੇ ਨੂੰ ਚੱਲ ਪਈ। ਉਹ ਕੀ ਸੀ? ਉਹ ਇਹ ਸੀਗਾ ਬਈ ਜਿਹੜਾ ਇਹਨਾਂ ਨੇ 91-92 ਦੇ ਵਿੱਚ ਜਿਹੜਾ ਨੱਚਣ ਗਾਉਣ ਦਾ ਕਨਸੈਪਟ ਲੈ ਕੇ ਆਂਦਾ, ਜਾਂ ਜਿਹੜਾ ਸਟੇਜ ਸਿਸਟਮ ਇਹਨਾਂ ਨੇ ਆਮ ਕਰਤਾ। ਜਿਹੜਾ ਇਹਨਾਂ ਨੇ 15 ਮੈਂਬਰੀ ਕੋਈ ਟੀਮ ਬਣਾਈ ਸੀ ਜਿਹਦੇ ਵਿੱਚ ਗੁਰਦਾਸ ਮਾਨ ਮੇਨ ਸੀਗਾ ਤੇ ਬਾਕੀ ਉਹਦੇ ਥੱਲੇ ਲਾਏ ਗਏ ਸੀਗੇ ਬਈ ਤੁਸੀਂ ਸਟੇਜਾਂ ਲਾਓ ਵੱਧ ਤੋਂ ਵੱਧ ਜਿਹੜੀਆਂ ਲਾ ਸਕਦੇ ਹੋ। ਸਟੇਜਾਂ ਤੇ ਕੀ ਸੀਗਾ, ਦਾਰੂ ਵੱਧ ਤੋਂ ਵੱਧ ਚਲਾਈ ਜਾਂਦੀ ਸੀ। ਉਹ ਕੀ ਹੈ ਵੀ ਸਾਡੇ ਲੋਕਾਂ ਦਾ ਜਿਹੜਾ ਰੁਝਾਨ ਆ ਉਧਰ ਨੂੰ ਹੋਵੇ, ਆਪਣੇ ਇਤਿਹਾਸ ਤੋਂ ਟੁੱਟਣ। ਉਹ ਚੀਜ਼ਾਂ ਕਰੀਆਂ। ਜਿਹੜਾ ਬਿੱਟਾ ਲੁਧਿਆਣੇ ਵਾਲਾ ਜਿਹੜਾ MP ਹੈ ਨਾ, ਜਿਹੜਾ ਹਿੱਕ ਠੋਕ ਕੇ ਚੰਡੀਗੜ੍ਹ ਪ੍ਰੈਸ ਕਾਨਫਰੰਸ 'ਚ ਕਹਿ ਰਿਹਾ ਸੀਗਾ ਵੀ ਮੇਰਾ ਦਾਦਾ ਲੈ ਕੇ ਆਇਆ ਨੱਚਣ ਗਾਉਣ ਦਾ ਕਨਸੈਪਟ, ਉਹ ਇਹੀ ਗੱਲ ਸੀਗੀ ਵੀ ਉਹ ਲੋਕਾਂ ਨੂੰ ਦੱਸ ਰਿਹਾ ਵੀ ਮੇਰੇ ਦਾਦੇ ਨੇ ਆ ਕੇ ਤੁਹਾਨੂੰ ਬਈ ਦੂਜੇ ਪਾਸੇ ਲਾਇਆ, ਵੀ ਤੁਸੀਂ ਤਾਂ ਆਪਣੀ ਕੌਮ ਨਾਲ ਜੁੜੇ ਬੈਠੇ ਸੀਗੇ ਜਾਂ ਸਿੱਖੀ ਨਾਲ ਜੁੜੀ ਬੈਠੇ ਸੀਗੇ। ਜਿਹਨੂੰ ਗੱਲ ਸਮਝ ਆਉਂਦੀ ਆ ਉਹਦੇ ਲਈ ਤਾਂ ਇੱਕ ਖੰਜਰ ਵਾਂਗ ਵੱਜਦੀ ਆ, ਜਿਹਨੂੰ ਨਹੀਂ ਸਮਝ ਆਉਂਦੀ, ਜਿਹੜੇ ਅੱਜ ਆਪਣੇ ਆਈਡਲ ਇਹਨਾਂ ਗਾਇਕਾਂ ਨੂੰ ਮੰਨਦੇ ਆ, ਉਹਨਾਂ ਲਈ ਤਾਂ ਬਹੁਤ ਵੱਡੀ ਗੱਲ ਆ ਯਾਰ ਵੀ ਇਹਦੇ ਦਾਦਾ ਲੈ ਕੇ ਆਇਆ, ਬਹੁਤ ਵਧੀਆ ਗੱਲ ਕੀਤੀ ਯਾਰ ਇਹਦੇ ਦਾਦੇ ਨੇ। ਪਰ ਜਿਨ੍ਹਾਂ ਨੂੰ ਆਪਣੇ ਇਤਿਹਾਸ ਪਤਾ ਵਾ, ਜਿਨ੍ਹਾਂ ਨੂੰ ਪਤਾ ਵੀ ਸਾਡੇ ਆਈਡਲ ਕੌਣ ਨੇ, ਜਿਹੜੇ ਸੰਤਾਂ ਨੂੰ ਆਪਣਾ ਆਈਡਲ ਮੰਨਦੇ ਨੇ, ਉਹਨਾਂ ਲਈ ਉਹ ਖੰਜਰ ਵਾਂਗੂ ਵੱਜੀ ਆ। ਉਹਨਾਂ ਲਈ ਉਹ ਗੱਲ ਖੰਜਰ ਵਾਂਗੂ ਵੱਜੀ ਆ। ਜਿਹੜੇ ਅੱਜ ਆਪਾਂ ਪੁਰਾਣੀਆਂ ਫੋਟੋਆਂ ਚੱਕ ਕੇ ਵੇਖੀਏ, ਕੋਈ ਸਾਰੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਹੋਇਆ ਫੋਟੋ ਚੱਕ ਕੇ ਦੇਖਦੇ ਤੇ ਕੋਈ ਇੱਕ ਅੱਧਾ ਆਪਾਂ ਨੂੰ ਮੋਨਾ ਮੁੰਡਾ ਦਿਖਦਾ ਸੀਗਾ। ਨੱਥੀਆਂ ਪਾਉਣ ਦੀ ਤਾਂ ਬਹੁਤ ਦੂਰ ਦੀ ਗੱਲ ਆ। ਮੋਨਾ ਮੁੰਡਾ ਜੇ ਆਪਾਂ ਪੁਰਾਣੀ ਫੋਟੋ ਚੱਕ ਲਈਏ ਇੱਕ ਅੱਧਾ ਦਿਖਦਾ ਹੁੰਦਾ ਸੀ, ਬਾਕੀ ਸਾਰੇ ਗੁਰਸਿੱਖ ਹੁੰਦੇ ਸੀਗੇ। ਇਹ ਸਰਕਾਰਾਂ ਦੀ ਦੇਣ ਆ, ਸੈਂਟਰ ਦੀ ਦੇਣ ਆ ਵੀ ਅੱਜ ਜੇ ਆਪਾਂ ਪਿੰਡਾਂ ਦੀ ਕੋਈ ਫੋਟੋ ਚੱਕ ਲਈਏ ਨਾ ਇਕੱਠੇ ਗਰੁੱਪਾਂ ਦੀ, ਉਹਦੇ ਵਿੱਚ ਕੁਛ ਕੁ ਦਮਾਲਿਆਂ ਵਾਲੇ ਹੋਣ ਜਾਂ ਪੱਗਾਂ ਵਾਲੇ ਮੁੰਡੇ ਹੋਣਗੇ, ਜ਼ਿਆਦਾਤਰ ਕੇਸ ਕਤਲ ਵਾਲੇ ਹੋਣਗੇ। ਇਹ ਸਰਕਾਰਾਂ ਨੇ ਸਾਡੇ ਵਿੱਚ ਨੀਤੀਆਂ ਲਿਆਂਦੀਆਂ। ਇਹ ਨਹੀਂ ਹੈਗਾ ਵੀ ਆਪਾਂ ਹੁਣੇ ਸ਼ੁਰੂ ਹੋ ਗਏ, ਵੀ ਇਹ ਨੀਤੀਆਂ ਲਿਆਂਦੀਆਂ ਗਈਆਂ 91-92 ਤੋਂ ਬਾਅਦ। ਬਈ ਸਾਡੀ ਜਿਹੜੀ ਕੌਮ, ਜਿਹੜੇ ਯੂਥ ਆ, ਜਿਹੜਾ ਸਾਡੀ ਨੌਜਵਾਨੀ ਆ, ਇਹਨਾਂ ਦੀ ਸੋਚ ਬਦਲ ਦਿੱਤੀ ਜਾਵੇ। ਜੇ ਅੱਜ ਆਪਾਂ ਆਪਣੇ ਨੌਜਵਾਨਾਂ ਨੂੰ ਇਤਿਹਾਸ ਪੁੱਛੀਏ, ਉਹਨਾਂ ਨੂੰ ਕੋਈ ਇਤਿਹਾਸ ਦਾ ਨਹੀਂ ਪਤਾ ਹੋਊਗਾ, ਕਿਉਂਕਿ ਉਹਨਾਂ ਦੀ ਸੋਚ ਹੀ ਬਦਲ ਦਿੱਤੀ ਗਈ ਆ। ਇਹ ਸਾਰਾ ਕੁਝ ਸਰਕਾਰਾਂ ਨੇ ਸੋਚ ਸਮਝ ਕੇ ਕੀਤਾ। ਜਿਹੜਾ ਅੱਜ ਆਪਾਂ ਆਪਣੇ ਨੌਜਵਾਨ ਵੀਰਾਂ ਨੂੰ ਆਪਾਂ ਵੇਖਦੇ ਆ, ਜੇ ਆਪਾਂ ਕਿਸੇ ਨਾਲ ਕੋਈ ਗੱਲਬਾਤ ਕਰਦੇ ਆ, ਕੋਈ ਪੜ੍ਹੇ ਲਿਖੇ ਨੌਜਵਾਨ ਵਿੱਚੋਂ ਗੱਲ ਕਰ ਲਾ ਜਾਂਦੇ ਆ ਬਈ ਜੀ ਜੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਚੱਲਦੀ ਆ, ਬਈ ਇਹਦੇ ਨਾਲ ਜੀ ਕੌਮੀ ਤੌਰ ਤੇ ਜੇ ਆਪਾਂ ਚੱਲਦੇ ਆ, ਆਪਣੇ ਨਾਲ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜਦੋਂ ਆਪਾਂ ਇਹ ਕੰਮ ਗੱਲਬਾਤ ਕਰਦੇ ਆ ਪੜ੍ਹੇ ਲਿਖੇ ਨੌਜਵਾਨਾਂ ਨਾਲ, ਜ਼ਿਆਦਾਤਰ ਨੌਜਵਾਨਾਂ ਦਾ ਤਰਕ ਇਹ ਹੁੰਦਾ ਵੀ ਜਿਹੜੀ ਜਦ ਕੌਮ ਦੀ ਗੱਲ ਹੁੰਦੀ ਆ ਜੀ, ਉਦੋਂ ਰਾਜਨੀਤੀ ਨਹੀਂ ਹੋਣੀ ਚਾਹੀਦੀ। ਫਿਰ ਉਦੋਂ ਆਪਾਂ 6ਵੇਂ ਪਾਤਸ਼ਾਹੀ ਦੀ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਆ ਉਹ ਕਿੱਥੇ ਲੈ ਕੇ ਜਾਵਾਂਗੇ? 6ਵੇਂ ਪਾਤਸ਼ਾਹੀ ਨੇ ਸਾਨੂੰ ਸਭ ਤੋਂ ਪਹਿਲਾਂ ਹੀ ਇਹ ਕਨਸੈਪਟ ਦੇਤਾ ਸੀਗਾ ਵੀ ਕੌਮ ਦੇ ਨਾਲ ਨਾਲ ਸਾਨੂੰ ਰਾਜਨੀਤੀ ਵੀ ਚਲਾਉਣੀ ਪੈਣੀ ਆ। ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਆਪਾਂ 2 ਨਿਸ਼ਾਨ ਸਾਹਿਬ ਜਿਹੜੇ ਦੇਖਦੇ ਆ ਨਾ, ਉਹਦੇ ਵਿੱਚ ਜਿਹੜਾ ਕੌਮ ਦਾ ਨਿਸ਼ਾਨ ਆ ਉਹ ਉੱਪਰ ਆ, ਜਿਹੜਾ ਰਾਜਨੀਤੀ ਦਾ ਨੀਵਾਂ ਵਾ ਉਹਨੂੰ ਫਿਰ ਆਪਾਂ ਪਿੱਠ ਦਿਖਾਉਂਦੇ ਆ। ਇੱਕ ਹਿਸਾਬ ਦੇ ਜਿਹੜੇ ਆਪਣੇ ਤਖਤ ਸਬਾਨ ਨੇ ਉਹਨਾਂ ਨੂੰ ਆਪਾਂ ਪਿੱਠ ਦਿਖਾਉਂਦੇ ਆ। ਜਦੋਂ ਆਪਾਂ ਕਹਿੰਦੇ ਆ ਬਈ ਜਦ ਕੌਮ ਦੇ ਨਾਲ ਸਾਡੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਅਸੀਂ ਤਾਂ ਕਹਿੰਦੇ ਜਿੰਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ, ਜੇ ਸਾਡੇ ਹੋਰ ਵੀਰ ਆ, ਉਹ ਸਾਰੇ ਰਾਜਨੀਤੀ ਵਿੱਚ ਆਵੋ, ਰਾਜਨੀਤੀ ਸਿੱਖੋ। ਜੇ ਤੁਸੀਂ ਚੰਗੇ ਲੀਡਰ ਹੋਵੋਗੇ ਤੇ ਚੰਗੀ ਸੋਚ ਵਾਲੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਵੋਗੇ। ਜੇ ਤੁਸੀਂ
ਪੰਜਾਬ ਨੂੰ ਖਤਮ ਕਰਨ ਦੀ ਸੋਚੋਗੇ ਫਿਰ ਤੁਸੀਂ ਉਹੀ ਵੀ ਹੋਊਗਾ ਵੀ ਤੁਸੀਂ ਆਪਣਾ ਇੱਕ ਚੰਗਾ ਬੰਦਾ ਪਿੱਛੇ ਹੋ ਜਾਊਗਾ, ਮਾੜਾ ਬੰਦਾ ਤੁਹਾਡੀ ਸੀਟ ਅੱਗੇ ਲੈ ਲਊਗਾ। ਜੇ ਤੁਸੀਂ ਕਹੋਗੇ ਮਾੜੀ ਰਾਜਨੀਤੀ ਹੈ, ਅਸੀਂ ਰਾਜਨੀਤੀ 'ਚ ਨਹੀਂ ਜਾਣਾ ਚਾਹੁੰਦੇ, ਫਿਰ ਇਹਦਾ ਮਤਲਬ ਤੁਸੀਂ ਮਾੜੇ ਬੰਦੇ ਲਈ ਆਪਣੀ ਜਗ੍ਹਾ ਛੱਡ ਰਹੇ ਹੋ। ਤੁਸੀਂ ਮਾੜੇ ਬੰਦੇ ਲਈ ਆਪਣੀ ਜਗ੍ਹਾ ਛੱਡ ਰਹੇ ਹੋ। ਸਰਦਾਰ ਮਾਨ ਨੇ, ਸਿਮਰਜੀਤ ਸਿੰਘ ਮਾਨ ਨੇ ਉਹ ਕੰਮ ਨਹੀਂ ਹੋਣ ਦਿੱਤਾ। ਸਰਦਾਰ ਮਾਨ ਨੇ ਇਹ ਗੱਲ ਕਹੀ, ਮੈਂ ਆਪਣਾ ਜਿਹੜੀ ਸੋਚ ਤੇ ਖੜਾ, ਉਹ ਅੱਜ ਵੀ ਉੱਥੇ ਹੀ ਖੜੇ ਆ, ਪਰ ਉਹਨਾਂ ਨੇ ਉਹ ਚੀਜ਼ ਤੇ ਪਹਿਰਾ ਦਿੱਤਾ। ਚਾਹੇ ਅੱਜ ਉਹਨਾਂ ਦੇ ਏਜੰਸੀਆਂ ਦਾ ਬੰਦਾ ਕਹਿਣ ਦਾ ਸਰਕਾਰਾਂ ਨੇ ਲਾਏ ਦੋਸ਼ ਲਾਏ, ਲੋਕ ਬਹੁਤ ਕਹਿੰਦੇ ਆ ਬਈ ਉਹ ਜੀ ਏਜੰਸੀਆਂ ਦੇ ਸੀਗੇ ਜਾਂ ਉਹਨਾਂ ਨੂੰ ਕਿਰਪਾਨ ਲੈ ਕੇ ਨਹੀਂ ਜਾਣਾ ਚਾਹੀਦਾ ਸੀਗਾ ਜਾਂ ਕੁਛ, ਪਰ ਉਸ ਵੇਲੇ ਜਿਹੜਾ ਉਹ ਕਿਰਪਾਨ ਕਰਕੇ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਅੱਜ ਨੌਜਵਾਨੀ ਚਿੱਠੀਆਂ ਲੈਂਦੀ ਆ। ਕੈਪਟਨ ਕਿੰਨੀ ਵਾਰ ਸੀਐਮ ਬਣ ਗਿਆ, ਬਾਦਲ ਕਿੰਨੀ ਵਾਰ ਸੀਐਮ ਬਣ ਗਿਆ, ਪਰ ਅੱਜ ਤੱਕ ਉਹਦੇ ਕੋਲ ਇਹ ਪਾਵਰ ਨਹੀਂ ਵੀ ਉਹ ਕਿਸੇ ਨੌਜਵਾਨ ਨੂੰ ਜੇ ਬਾਹਰ ਪੱਕਾ ਕਰਾਉਣਾ ਹੋਵੇ ਸਾਈਨ ਕਰਾ ਕੇ ਪੱਕਾ ਕਰਾ ਸਕਦਾ। ਪਰ ਇੱਕੋ ਇੱਕ ਸਰਦਾਰ ਸਿਮਰਜੀਤ ਸਿੰਘ ਮਾਨ ਕੋਲ ਇਹ ਪਾਵਰ ਆ ਵੀ ਜੇ ਅੱਜ ਉਹ ਕਿਸੇ ਦੇ ਲੈਟਰ ਤੇ ਸਾਈਨ ਕਰ ਦੇਣ ਬਈ ਭਾਈ ਵੀ ਇਹ ਮੁੰਡੇ ਨੂੰ ਇੱਧਰ ਖਤਰਾ ਵਾ, ਤੇ ਉਧਰਲੀ ਸਰਕਾਰ ਉਹਨੂੰ ਪੱਕਾ ਕਰਦੀ ਹੈ। ਉਹ ਕਿਉਂ ਕਰਦੀ ਆ? ਕਿਉਂਕਿ ਉਹਨਾਂ ਨੇ ਇੱਥੇ ਆ ਕੇ ਉਹਨਾਂ ਦਾ ਸਰਵੇ ਕੀਤਾ। ਸਰਵੇ ਕਰਕੇ ਉਹਨਾਂ ਨੇ ਜਾ ਕੇ ਜਦ ਇੱਥੋਂ ਉਹਨਾਂ ਨੇ ਆਪਣੀ ਕਿਰਪਾਨ ਦੇ ਮੁੱਦਾ ਚੱਕਿਆ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਾਡੇ ਸਿੱਖਾਂ ਨਾਲ ਧੱਕੇ ਕਿਉਂ ਹੋ ਰਹੇ ਨੇ। ਬਈ ਜਦੋਂ ਇੰਦਰਾ ਗਾਂਧੀ ਆਪਣੇ ਗਨਮੈਨ ਲੈ ਕੇ ਅੰਦਰ ਜਾ ਸਕਦੀ, ਪਾਰਲੀਮੈਂਟ 'ਚ ਜਾ ਸਕਦੀ ਆ, ਜਦੋਂ ਉਹਦਾ ਕੋਈ ਭਰਾ ਬਣਾਇਆ ਹੋਇਆ ਪਿਸਟਲ ਲੈ ਕੇ ਅੰਦਰ ਜਾ ਸਕਦਾ, ਸਿੱਖ ਆਪਣੀ ਕਿਰਪਾਨ ਲੈ ਕੇ ਨਹੀਂ ਜਾ ਸਕਦੇ। ਜਿਹੜੀ ਸੰਵਿਧਾਨ ਦੇ ਵਿੱਚ ਵੀ ਲਿਖੀ ਹੋਈ ਹੈ ਵੀ ਸਿੱਖ ਆਪਣੀ ਕਿਰਪਾਨ ਲੈ ਕੇ ਕੈਰੀ ਕਰ ਸਕਦੇ ਆ ਨਾਲ ਆਪਣੇ ਸਿੱਖ ਦੇ, ਫਿਰ ਉਹ ਕਿਉਂ ਨਹੀਂ ਲੈ ਜਾ ਸਕਦੇ? ਜਦੋਂ ਉਹਨਾਂ ਨੇ ਇਹ ਗੱਲ ਜਾ ਕੇ ਚੱਕੀ ਤੇ ਉਹਨਾਂ ਨੇ ਆਪਣੇ ਐਮਪੀ ਦਾ ਪਦ ਜਦ ਛੱਡਿਆ, ਉਹਨਾਂ ਨੇ ਜਾ ਕੇ ਬਾਹਰ ਜਾ ਕੇ ਆਪਣੀ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਚੱਕੀ, ਯੂਐਨਓ ਦੇ ਵਿੱਚ ਗੱਲ ਚੱਕੀ, ਤੇ ਯੂਐਨਓ ਨੇ ਫਿਰ ਕਿਹਾ ਵੀ ਸਾਡੇ ਨੌਜਵਾਨਾਂ ਨੂੰ ਜਿਹੜਾ ਧੱਕਾ ਉਹਨਾਂ ਨੇ ਦੱਸਿਆ ਵੀ ਸਾਡੇ ਨਸਲਕੁਸ਼ੀ ਕੀਤੀ ਗਈ ਕੌਮ ਨਾਲ, ਦਿੱਲੀ ਦੇ ਵਿੱਚ ਸਾਡੀ ਨਸਲਕੁਸ਼ੀ ਕੀਤੀ ਗਈ, ਹਜੇ ਤੱਕ ਸਾਨੂੰ ਉਹਦੇ ਹੱਕ ਨਹੀਂ ਮਿਲੇ। ਤੇ ਫਿਰ ਉਹਨਾਂ ਨੇ ਆਪਣਾ ਇੱਕ 5 ਵਫਦ ਜਿਹੜਾ 5 ਮੈਂਬਰੀ ਵਫਦ ਸੀਗਾ ਉਹ ਭੇਜਿਆ ਪੰਜਾਬ ਦੇ ਵਿੱਚ। ਉਹਨਾਂ ਨੇ ਸਰਵੇ ਕੀਤਾ ਵੀ ਜੋ ਸਰਦਾਰ ਮਾਨ ਸਾਹਿਬ ਕਹਿ ਰਹੇ ਨੇ ਤੇ ਉਹ ਸੱਚ ਆ ਕਿ ਝੂਠ ਹੈ। ਜਦ ਉਹਨਾਂ ਨੇ ਸਾਰਾ ਕੁਝ ਇੱਥੇ ਸਰਵੇ ਕੀਤਾ, ਪਿੰਡਾਂ ਦੇ ਵਿੱਚ ਦੇਖਿਆ, ਇਧਰ ਮਾਝੇ ਕਿੰਨੀ ਤਾਂ ਕਿੰਨੇ ਜਿਹੜੇ ਨੌਜਵਾਨ ਸੀਗੇ ਬਈ ਕਿੰਨੀ ਦੇਰ ਬਰਾਤੇ ਨਹੀਂ ਚੜੀ। ਜਦ ਉਹਨਾਂ ਨੇ ਇਹ ਸਰਵੇ ਕੀਤਾ ਵੀ ਇਹਨਾਂ ਦੀ ਨੌਜਵਾਨੀ ਇੰਨੀ ਖਤਮ ਕਰ ਦਿੱਤੀ ਗਈ ਸਿੱਖਾਂ ਦੀ, ਤੇ ਇਹਨਾਂ ਨਾਲ ਨਸਲਕੁਸ਼ੀ ਕੀਤੀ ਗਈ। ਫਿਰ ਉਹ ਤੋਂ ਬਾਅਦ ਸਰਦਾਰ ਮਾਨ ਸਾਹਿਬ ਨੂੰ ਇਹ ਗੱਲ ਕਹੀ ਗਈ ਬਈ ਜਿਹਨੂੰ ਤੁਸੀਂ ਕਹੋਗੇ ਬਈ ਇਹ ਮੁੰਡਾ ਬਈ ਸੱਚਾ ਵਾ, ਬਈ ਇਹਨੂੰ ਇੱਧਰ ਖਤਰਾ ਵਾ, ਬਈ ਇਹਨੂੰ ਇੱਧਰ ਪੱਕਾ ਕੀਤਾ ਜਾਵੇ, ਉਹਨੂੰ ਰਾਸ਼ੀ ਸ਼ਰਨ ਦਿੱਤੀ ਜਾਵੇ, ਤੇ ਉਸ ਮੁੰਡੇ ਨੂੰ ਰਾਸ਼ੀ ਸ਼ਰਨ ਦਿੱਤੀ ਜਾਊਗੀ। ਹੁਣ ਵੱਡੀ ਮਾਯੂਸੀ ਦੀ ਗੱਲ ਕੀ ਆ ਬਈ ਸਾਡੇ ਲੋਕ ਜਿਨ੍ਹਾਂ ਲਈ ਸਰਦਾਰ ਮਾਨ ਸਾਹਿਬ ਨੇ ਐਡੀ ਕੁਰਬਾਨੀਆਂ ਦਿੱਤੀਆਂ, ਸਾਡੇ ਲੋਕ ਨਹੀਂ ਸਮਝ ਸਕੇ ਉਹ ਕੁਰਬਾਨੀਆਂ ਨੂੰ। ਉਹ ਜਿਹੜੇ 7 ਸਮੁੰਦਰ ਪਾਰ ਜਿਹੜੇ ਗੋਰੇ ਬੈਠੇ ਆ, ਉਹਨਾਂ ਨੇ ਉਹ ਗੱਲ ਨੂੰ ਸਮਝਿਆ ਬਈ ਜਿਹੜਾ ਮਾਨ ਆ ਉਹ ਸਿੱਖਾਂ ਦੀ ਅਸਲੀ ਲੜਾਈ ਲੜ ਰਿਹਾ ਹੈ। ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹਨੂੰ ਤੁਸੀਂ ਕਹੋਗੇ ਬਈ ਇਹ ਸਿੱਖਾਂ ਦੇ ਵੀ ਇਹਨੂੰ ਇੱਧਰ ਖਤਰਾ ਵਾ, ਉਹਨੂੰ ਉੱਧਰ ਰਾਸ਼ੀ ਸ਼ਰਨ ਦਿੱਤੀ ਜਾਊਗੀ। 7 ਸਮੁੰਦਰਾਂ ਪਾਰ ਜਿਹੜੇ ਗੋਰੇ ਆ ਉਹ ਤਾਂ ਸਮਝ ਗਏ ਬਈ ਮਾਨ ਸਾਹਿਬ ਸਿੱਖਾਂ ਦੀ ਅਸਲੀ ਲੜਾਈ ਲੜ ਰਹੇ ਆ, ਪਰ ਸਾਡੇ ਲੋਕ ਨਹੀਂ ਸਮਝ ਸਕੇ। ਅੱਜ ਜ਼ਿਆਦਾਤਰ ਨੌਜਵਾਨੀ ਦੇ ਵਿੱਚ ਇਹੀ ਪ੍ਰਚਾਰਿਆ ਜਾਂਦਾ ਬਈ ਸਿੱਖ ਨੌਜਵਾਨਾਂ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਦਾ ਬਈ ਜੋਸ਼ ਬਹੁਤ ਆ, ਪਰ ਸਾਡੇ ਕੋਲ ਲੀਡਰ ਨਹੀਂ। ਆਮ ਹੀ ਪ੍ਰਚਾਰਿਆ ਜਾਂਦਾ, ਪਰ ਮੇਰੇ ਵੀਰੋ ਲੀਡਰ ਆਪਣੇ ਕੋਲ ਹੈਗਾ, ਜਿਹਨੇ ਥਾਂ ਦੇ ਜਾਂ ਪੈਰ ਤੇ ਆਪਣਾ ਲੀਡਰ ਵਾਲਾ ਦੱਸਿਆ ਵੀ ਅਸੀਂ ਕੌਣ ਆ। ਅੱਜ ਵੀ ਜਿਹੜਾ ਸੰਘਰਸ਼ ਚੱਲ ਰਿਹਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗ੍ਰਿਫਤਾਰੀਆਂ ਦਾ ਵਫਦ ਭੇਜਿਆ ਜਾਂਦਾ। ਉਹ ਕਿਉਂ ਭੇਜਿਆ ਜਾਂਦਾ? ਚਾਹੇ ਉਹ ਗ੍ਰਿਫਤਾਰ ਕਰਦੇ ਜਾਂ ਨਾ ਕਰਦੇ, ਉਹ ਗੱਲ ਕੀ ਭੇਜੀ ਜਾਂਦੀ ਹੈ, ਸੁਨੇਹਾ ਕੀ ਭੇਜਿਆ ਜਾਂਦਾ ਦਿੱਲੀ ਦੇ ਤਖਤ ਨੂੰ ਬਈ ਜੇ ਸਾਡੇ ਨੌਜਵਾਨਾਂ ਨੂੰ ਤੁਸੀਂ ਫੜਿਆ, ਇਹਨਾਂ ਦੀ ਜ਼ਮਾਨਤਾਂ ਨਹੀਂ ਕਰਾਉਣੀਆਂ, ਇਹਨਾਂ ਨੂੰ ਤੁਸੀਂ ਛੱਡੋ, ਇਹਨਾਂ ਦੇ ਕੇਸ ਖਤਮ ਕਰੋ। ਬਈ ਜਿਹੜੇ ਤੁਸੀਂ ਝੂਠੇ ਕੇਸ ਪਾਏ ਆ ਉਹ ਖਤਮ ਕਰੋ। ਕੀ ਕੇਸ ਨੇ? ਬਈ ਲਾਲ ਕਿਲੇ ਦੇ ਗਏ ਨੇ ਜੀ, ਇਹ ਨਿਸ਼ਾਨ ਸਾਹਿਬ ਤਾਂ ਚਲੋ 2-3 ਮੁੰਡਿਆਂ ਨੇ ਚੜਾਇਆ, ਸਾਰੀ ਉਹ ਜਿਹੜੇ 250 ਮੁੰਡਾ ਫੜਿਆ ਉਹਨਾਂ ਨੇ ਤਾਂ ਨਹੀਂ ਚੜਾਇਆ, ਪਰ ਉਹਨਾਂ ਦੇ ਕੇਸ ਕੀ ਪਾਏ ਗਏ ਨੇ ਬਈ ਸਰਕਾਰੀ ਬੰਦਿਆਂ ਨੇ, ਵੀ ਇਹਨਾਂ ਨੇ ਸਰਕਾਰੀ ਜਗ੍ਹਾ ਦੀ ਭੰਨ ਤੋੜ ਕਰੀ। ਉਹ ਜਿਨ੍ਹਾਂ ਨੂੰ ਤੁਸੀਂ ਲੀਜ਼ ਤੇ ਹੀ ਦੇਤਾ 50 ਕਰੋੜ ਦੇ ਵਿੱਚ, ਉਹ ਸਰਕਾਰੀ ਜਗ੍ਹਾ ਕਿਵੇਂ ਹੋਗੀ? ਜਿਹੜੀ ਜਗ੍ਹਾ ਨੂੰ ਤੁਸੀਂ ਲੀਜ਼ ਤੇ ਦੇਤਾ ਵੀ ਉਹ ਸਰਕਾਰੀ ਜਗ੍ਹਾ ਕਿਵੇਂ ਹੋਗੀ? 50 ਕਰੋੜ ਦੇ ਵਿੱਚ ਤੁਸੀਂ ਲੀਜ਼ ਤੇ ਦੇਤਾ, ਫਿਰ ਉਹ ਤੋਂ ਬਾਅਦ ਉੱਤੇ ਦਿੱਤਾ ਵਾ ਬਈ ਜਿਹੜੇ ਉੱਥੇ ਗਵਰਨਮੈਂਟ ਅਪਲਾਈ ਸੀਗੇ ਉਹਨਾਂ ਨੂੰ ਇਹਨਾਂ ਨੇ ਕੰਮ ਕਰਨ ਤੋਂ ਰੋਕਿਆ, ਉਹਨਾਂ ਦੇ ਨਾਲ ਇਹਨਾਂ ਨੇ ਦੂਜਾ ਮਾਰਪਿੱਟ ਕੀਤੀ, 307 ਲਾਈ ਗਈ ਆ। ਉਹਦੇ ਵਿੱਚ ਹੁਣ ਦੱਸੋ ਵੀ ਨੌਜਵਾਨਾਂ ਦੇ ਵੀ ਕਿਉਂ ਵੀ ਇਹ ਕੀਤਾ ਗਿਆ? ਜੇ ਸਾਡੇ ਜਿਹੜੇ ਲੀਡਰ ਨੇ, ਕਿਸਾਨ ਲੀਡਰ ਨੇ, ਉਹ ਕਿਉਂ ਨਹੀਂ ਉਹ ਚੀਜ਼ ਤੇ ਸਟੈਂਡ ਲੈ ਰਹੇ? ਹੁਣ ਇਹਦੇ ਦੇ ਵੀ ਇੱਕ ਜਿਹੜੀ ਸਿਆਸੀ ਖੇਡ ਖੇਡੀ ਜਾ ਰਹੀ ਆ।
ਸਿਰਸਾ ਸਾਹਿਬ ਨੇ ਹੁਣ ਪਹਿਲਾਂ ਤਾਂ ਉਹਨਾਂ ਦੀਆਂ ਜ਼ਮਾਨਤਾਂ ਕਰਾਉਣੀਆਂ ਸ਼ੁਰੂ ਕਰੀਆਂ, ਹੁਣ ਉਹੀ ਇੱਥੇ ਅਕਾਲੀ ਲੀਡਰਾਂ ਨਾਲ ਬਿਠਾ ਕੇ ਜਾਂਦੇ ਆ। ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਦਾ ਜਿਹੜਾ ਉਹਨਾਂ ਦਾ ਅਕਸ਼ ਖਰਾਬ ਹੋਇਆ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ, ਉਹ ਚੀਜ਼ ਨੂੰ ਹੌਲੀ ਹੌਲੀ ਚਮਕਾਉਣਾ ਚਾਹੁੰਦੇ ਆ। ਉਹ ਵੀ ਇੱਕ ਸਿਆਸੀ ਖੇਡ ਖੇਡੀ ਜਾ ਰਹੀ ਹੈ ਸਿਰਸਾ ਸਾਹਿਬ ਵੱਲੋਂ। ਬਈ ਜੇ ਤਾਂ ਤੁਸੀਂ ਸੇਵਾ ਕਰਦੇ ਹੋ ਤੁਸੀਂ ਬਈ ਨਿਰਸਵਾਰਥ ਹੋ ਕੇ, ਬਈ ਮੈਂ ਇਹਦਾ ਕੋਈ ਵੀ ਲੈਣਾ ਨਹੀਂ ਹੈਗਾ, ਕੋਈ ਬੈਗ ਨਹੀਂ ਲੈਣਾ ਲੋਕਾਂ ਤੋਂ, ਫਿਰ ਤਾਂ ਆਪਾਂ ਚੁੱਪ ਚਪੀਤੇ ਸੇਵਾ ਕਰਦੇ ਹੁੰਦੇ ਆ। ਇੱਕ ਹੁੰਦਾ ਵੀ ਅਸੀਂ ਇਹ ਤੋਂ ਬਾਅਦ ਬਈ ਸਾਡੀਆਂ ਵੋਟਾਂ ਵੀ ਆਉਣੀਆਂ ਨੇ, ਵੀ ਅਸੀਂ ਉਹਦਾ ਵੀ ਫਾਇਦਾ ਲੈਣਾ। ਇਸ ਕਰਕੇ ਉਹ ਇੱਥੇ ਆਪਣੇ ਅਕਾਲੀ ਲੀਡਰਾਂ ਨਾਲ ਬਿਠਾ ਕੇ ਜਾਂਦੇ ਆ, ਪ੍ਰੈਸ ਕਾਨਫਰੰਸਾਂ ਕਰਕੇ ਜਾਂਦੇ ਆ। ਅਸ ਪਿੱਛੇ ਜੇ ਸਰਦਾਰ ਰਣਜੀਤ ਸਿੰਘ ਨੂੰ, ਜਿਨ੍ਹਾਂ ਨੂੰ ਕਿਰਪਾਨ ਕਰਕੇ ਉੱਥੇ ਗ੍ਰਿਫਤਾਰ ਕਰਿਆ ਗਿਆ, ਉਹਨਾਂ ਨਾਲ ਬਹੁਤ ਕੁੱਟਮਾਰ ਕੀਤੀ ਗਈ, ਪਰ ਉਹ ਤੋਂ ਬਾਅਦ ਉਹਨਾਂ ਨੂੰ ਜਦ ਛਡਾਇਆ ਤੇ ਇੱਥੇ ਲਿਆ ਕੇ ਮਜੀਠੀਆ ਸਾਹਿਬ ਨਾਲ ਬਿਠਾਤਾ। ਇਹ ਇੱਕ ਸਿਆਸੀ ਖੇਡਾਂ ਖੇਡੀਆਂ ਜਾਂਦੀਆਂ ਨੇ। ਟਾਈਮ ਤੇ ਇਹਨਾਂ ਨੇ ਕੀਤਾ। RSS ਦੇ ਵਿੱਚ ਅੱਜ ਤੱਕ ਇੱਥੇ ਪੈਰ ਨਹੀਂ ਲਾ ਸਕਦੀ ਸੀ ਪੰਜਾਬ ਦੇ ਵਿੱਚ, ਜਿੰਨੀ ਆਪਣੀ ਇੱਥੇ ਸਿੱਖੀ ਜਿਹੜੀ ਸੀਗੀ। ਪਰ ਸਰਕਾਰ ਸੈਂਟਰ ਨੇ ਆਪਣੇ ਵੱਲੋਂ ਜਿਹੜੀ ਮਾਰ ਮਾਰੀ, ਉਹ ਤਾਂ ਮਾਰੀ। ਅਕਾਲੀ ਦਲ ਬਾਦਲ ਦਾ ਬਹੁਤ ਵੱਡਾ ਯੋਗਦਾਨ ਆ ਜਿਹੜਾ ਉਹਨਾਂ ਦੀ ਇੱਥੇ ਜੜ ਲਾਈ। ਜੇ ਉਹਨਾਂ ਨੇ BJP ਨਾਲ ਸਮਝੌਤਾ ਕੀਤਾ ਅੱਜ ਤੋਂ 10 ਸਾਲ ਪਹਿਲਾਂ, ਤੇ ਫਿਰ ਇਹ ਆ ਕੇ ਇੱਥੇ ਦੂਜੀ RSS ਵਰਗੀਆਂ ਜਿਹੜੀਆਂ ਹੋਰ ਛੋਟੀਆਂ ਮੋਟੀਆਂ ਹੈਗੀਆਂ ਨੇ, ਨਿਸ਼ਾਨ ਸ਼ਰਮੇ ਵਰਗੇ, ਉਹਨਾਂ ਨੇ ਆ ਕੇ ਇੱਥੇ ਆਪਣੇ ਪੈਰ ਲਾਏ। ਨਹੀਂ ਉਹਨਾਂ ਦੇ ਕੀ ਹਿੰਮਤ ਪੈਂਦੀ ਸੀ ਉਹ ਸਿੱਖਾਂ ਨੂੰ ਆ ਕੇ ਵਿਗਾੜ ਜਾਣ ਵੀ ਅਸੀਂ ਤੁਹਾਡੇ ਬਰਾਬਰ ਆ ਕੇ ਇੱਥੇ ਕੰਮ ਕਰਕੇ ਜਾਵਾਂਗੇ। 6 ਜੂਨ ਨੂੰ ਆਪਾਂ ਸ਼ਹੀਦ ਸਿੰਘਾਂ ਦਾ ਉੱਥੇ ਬਰਸੀ ਬਣਾਉਂਦੇ ਆ, ਤੇ ਇੱਥੇ ਆਪਾਂ ਨੂੰ ਬਰਾਬਰ ਵਿਗਾੜ ਕੇ ਜਾਂਦੇ ਆ ਵੀ ਅਸੀਂ ਉਹਨਾਂ ਦੀ ਫੋਟੋ ਸਾੜਾਂਗੇ। ਇਹਨਾਂ ਦੀ ਕੀ ਹਿੰਮਤ ਪੈ ਗਈ ਸੀ ਜੇ ਬਾਦਲ ਕੇ ਇਹਨਾਂ ਦੀ ਜੜ ਨਾ ਲਾਉਂਦੇ। ਅੱਜ ਆਪਾਂ ਕਾਂਗਰਸ ਨੂੰ ਇੱਥੇ ਜਿਤਾਇਆ, ਉਹੀ ਕਾਂਗਰਸ ਆ ਜਿਨ੍ਹਾਂ ਨੇ ਉੱਥੇ ਟੈਂਕ ਚੜੇ ਹਰਿਮੰਦਰ ਸਾਹਿਬ ਦੇ ਵਿੱਚ। ਪਰ ਇਹਨਾਂ ਨੇ ਪ੍ਰਚਾਰ ਜਿਹੜਾ ਵਾ, ਉਹ ਪ੍ਰਚਾਰ ਇਸ ਹਿਸਾਬ ਨਾਲ ਕਰਦੇ ਆ ਬਈ ਜਿਹੜੀ ਸਿੱਖ ਕੌਮ ਨਾਲ ਬਈ ਜਿਹੜੀ ਪਾਰਟੀ ਖੜੀ ਆ ਉਹ ਬਹੁਤ ਪਿੱਛੇ ਖੜੀ ਦਿਖਦੀ ਆ, ਤੇ ਆਪਣੇ ਜਿਹੜੇ ਬਈ ਜਿਹੜੇ ਹੈਗੇ ਆ ਇਹੋ ਜਿਹੀਆਂ ਕਾਂਗਰਸ ਆ ਜਾਂਦੀ ਆ, ਕਦੇ ਆਪ ਆ ਜਾਂਦੀ ਆ। ਆਪ ਨੂੰ ਪਤਾ ਨਹੀਂ ਕਿੰਨੀ ਕੁ ਫੰਡਿੰਗ ਕਰਤੀ ਆਪਣੇ ਬਾਹਰਲਿਆਂ ਨੇ, ਅੱਜ ਕਿੰਨਾ ਕੁ ਵੀ ਨਾਲ ਖੜੇ ਆਪਣੇ ਕਿਸਾਨੀ ਦੇ। ਜੇ ਹੋਰ ਨਾ ਕੁਝ, ਚਾਹੇ ਉਹ ਸੱਤਾ ਦੇ ਵਿੱਚ ਨੇ ਚਾਹੇ ਸੱਤਾ ਤੋਂ ਬਾਹਰ ਨੇ, ਜੇ ਅੱਜ ਜਾ ਕੇ ਇਹ ਪਾਰਲੀਮੈਂਟ ਘੇਰ ਕੇ ਬਹਿ ਜਾਣ ਬਈ ਸਾਡੇ ਬਈ ਜਿਹੜਾ ਇੱਥੇ ਜਿਹੜੇ ਪੰਜਾਬ ਦੇ ਲੋਕ ਆ ਇੰਨੀ ਦੇਰ ਤੋਂ ਇੱਥੇ ਖੜੇ ਆ ਦਿੱਲੀ ਦੇ ਸਰਹੱਦਾਂ ਤੇ ਇੱਥੇ ਪਹਿਲਾਂ 6 ਮਹੀਨੇ ਇੱਥੇ ਸਾਰਾ ਕੁਝ ਬੰਦ ਕਰੀ ਬੈਠੇ ਆ, ਬਈ ਵੋਟਾਂ ਟਾਈਮ ਤਾਂ ਆਪਣੇ ਘਰਾਂ ਤੱਕ ਆ ਜਾਂਦੇ ਆ। ਜੇ ਅੱਜ ਪਾਰਲੀਮੈਂਟ ਜਾ ਕੇ ਘੇਰ ਕੇ ਬਹਿ ਜਾਣ ਵੀ ਅਸੀਂ ਇੱਥੇ ਉਨੀ ਦੇਰ ਅਸੀਂ ਨਹੀਂ ਉੱਡਦੇ, ਫਿਰ ਕੀ ਹੋ ਜਾਊਗਾ? ਕਿ ਕਾਨੂੰਨ ਮਾਫ ਨਹੀਂ ਹੋ ਸਕਦੇ। ਅੱਜ ਤਾਂ ਆਪਾਂ ਆਪਣੀ ਕਾਨੂੰਨਾਂ ਦੀ ਗੱਲ ਕਰ ਰਹੇ ਹਾਂ। ਅੱਜ ਤਾਂ ਚਲੋ ਪੰਜਾਬ ਤੇ ਹਰਿਆਣਾ ਇਕੱਠਾ ਹੋਇਆ ਕਿ ਇਹ ਕਾਨੂੰਨ ਆਉਣ ਤੋਂ ਪਹਿਲਾਂ ਆਪਣੇ ਜਿਹੜੇ ਕਿਸਾਨ ਸੀਗੇ ਉਹ ਨਹੀਂ ਫਾਹਾ ਲੈਂਦੇ ਸੀ। ਫਾਹਾ ਤਾਂ ਉਦੋਂ ਵੀ ਲੈ ਰਹੇ ਸੀ, ਜਿਹੜੇ ਧੱਕੇ ਹੋ ਰਹੇ ਸੀ ਉਹ ਤਾਂ ਉਦੋਂ ਵੀ ਹੋ ਰਹੇ ਸੀ ਸਾਡੇ ਨਾਲ। ਚਲੋ ਅੱਜ ਇੱਕ ਕਾਨੂੰਨਾਂ ਕਰਕੇ ਆਪਾਂ ਇਕੱਠੇ ਹੋਏ ਆ, ਇਸੇ ਕਰਕੇ ਕਹਿੰਦੇ ਵੀ ਜੇ ਆਪਣੀ ਜਿਹੜੀ ਮੰਗਾਂ ਨੇ ਉਹ ਪੂਰੀਆਂ ਅੱਗੇ ਰੱਖ ਲਓ, ਤੇ ਅੱਜ ਤਾਂ ਆਪਾਂ ਕੁਝ ਲੈ ਵੀ ਲਵਾਂਗੇ, ਨਹੀਂ ਤਾਂ ਇਹਨਾਂ ਨੇ ਤਾਂ ਆਪਣੇ ਨਾਲ ਧੱਕੇ ਹੀ ਕਰਨੇ ਆ। ਅੱਜ ਆਪਣੀ ਨੌਜਵਾਨੀ ਨੂੰ ਇੱਕ ਬੀੜੀ, ਕੋਈ ਵੀ ਸੰਘਰਸ਼ ਹੁੰਦੀ ਆ, ਕੋਈ ਵੀ ਸੰਘਰਸ਼ ਦਾ ਜਿਹੜਾ ਰੀੜ੍ਹ ਦੀ ਹੱਡੀ ਆ ਉਹ ਨੌਜਵਾਨੀ ਆ। ਇਸੇ ਕਰਕੇ ਸੈਂਟਰ ਨੇ ਹਮੇਸ਼ਾ ਨੌਜਵਾਨੀ ਨੂੰ ਹੀ ਟਾਰਗੇਟ ਕੀਤਾ। ਉਹਨਾਂ ਨੇ ਕਿਸੇ ਬਜ਼ੁਰਗਾਂ ਨੂੰ ਟਾਰਗੇਟ ਨਹੀਂ ਕੀਤਾ, ਉਹਨਾਂ ਨੇ ਨੌਜਵਾਨੀ ਨੂੰ ਟਾਰਗੇਟ ਕੀਤਾ ਵੀ ਨੌਜਵਾਨੀ ਦਾ ਜਿਹੜਾ ਧਿਆਨ ਆ ਦੂਜੇ ਪਾਸੇ ਚਲੇ ਜਾਵੇ। ਹੁਣ ਸਾਡੇ ਨੌਜਵਾਨਾਂ ਨੂੰ ਇਹ ਸ਼ਿਗਰਦ ਹੋਣਾ ਚਾਹੀਦਾ ਵੀ ਅਸੀਂ ਕੀ ਕਰਨਾ। ਦਾਸ ਦੇ ਦਾਦਾ ਜੀ, ਫਾਦਰ, ਮਾਤਾ ਸ਼ਹੀਦ ਹੋਏ। ਮੇਰੇ ਦਾਦੀ ਜੀ ਨੇ ਮੈਨੂੰ ਪਾਲਿਆ, ਪਰ ਮੈਂ ਦਾਦੀ ਜੀ ਦਾ ਇੱਕ ਬਹੁਤ ਆਸਾਨ ਮੰਨਦਾ, ਉਹਨਾਂ ਨੇ ਮੈਨੂੰ ਮੇਰੇ ਜੜ੍ਹਾਂ ਨਾਲ ਜੋੜ ਕੇ ਰੱਖਿਆ। ਉਹਨਾਂ ਨੇ ਮੇਰੇ ਫਾਦਰ ਸਾਹਿਬ ਦੀ ਜਦੋਂ ਵੀ ਸਮਾਗਮ ਮਨਾਉਂਦੇ ਸੀਗੇ, ਉਹਨਾਂ ਨੇ ਉੱਥੇ ਜਾਣਾ, ਲੋਕਾਂ ਨੇ ਸਾਨੂੰ ਮਿਲਣਾ, ਤੇ ਉਹ ਚੀਜ਼ ਨੂੰ ਮੈਂ ਮਹਿਸੂਸ ਕਰਨਾ ਵੀ ਮੈਂ ਕੌਣ ਆ, ਮੈਂ ਆਪਣੇ ਜੜ੍ਹਾਂ ਨਾਲ ਜੁੜਿਆ ਰਿਹਾ। ਉਹੀ ਗੱਲ ਹੈ ਵੀ ਸਾਡੇ ਜਿਹੜੇ ਬਜ਼ੁਰਗ ਨੇ, ਬਜ਼ੁਰਗਾਂ ਦਾ ਵੀ ਇਹ ਬਣਦਾ ਵੀ ਆਪਣੇ ਬੱਚਿਆਂ ਨੂੰ ਆਪਾਂ ਆਪਣੇ ਜਿਹੜਾ ਜੜ੍ਹ ਆ ਉਹਨਾਂ ਜੋੜ ਕੇ ਰੱਖੀਏ। ਜੇ ਆਪਣੀ ਨੌਜਵਾਨੀ ਆਪਣੇ ਇਤਿਹਾਸ ਨਾਲ ਜੁੜੀ ਰਹੂਗੀ, ਇਹ ਸਰਕਾਰਾਂ ਦੀ ਐਡੀ ਹਿੰਮਤ ਨਹੀਂ ਵੀ ਸਾਡੇ ਨਾਲ ਆ ਕੇ ਟੱਕਰ ਲੈ ਲੂਗੀ। ਸਰਕਾਰਾਂ ਦੀ ਐਡੀ ਹਿੰਮਤ ਨਹੀਂ, ਇਹ ਕੰਬਣ ਗਈਆਂ ਆਪਣੇ ਨਾਮ ਸੁਣ ਕੇ ਬਈ, ਕਿਉਂਕਿ ਇਹ ਜਦ ਆਪਾਂ ਆਪਣੀ ਜੜ ਨਾਲ ਜੁੜੇ ਹੋਵਾਂਗੇ। ਪਰ ਆਪਾਂ ਆਪਣੀ ਜਦ ਜੜ ਨਾਲ ਨਹੀਂ ਜੁੜੇ, ਇਸ ਕਰਕੇ ਸਰਕਾਰਾਂ ਆਪਣੇ ਬਰਾਬਰ ਆ ਕੇ ਉੱਪਰ ਚੜ ਕੇ ਜਾਂਦੀਆਂ ਨੇ, ਆਪਣੇ ਪੈਰਾਂ ਦੇ ਉੱਪਰ ਦੀ ਲੰਘ ਕੇ, ਸਿਰਾਂ ਦੇ ਉੱਪਰ ਦੀ ਲੰਘ ਕੇ ਜਾਂਦੀਆਂ, ਸਾਡੀਆਂ ਪੱਗਾਂ ਪੈਰਾਂ 'ਚ ਰੋਲਦੀਆਂ। ਸਰਕਾਰਾਂ ਇਸੇ ਕਰਕੇ ਰੋਲਦੀਆਂ ਕਿਉਂਕਿ ਆਪਾਂ ਆਪਣੀ ਜੜ ਨਾਲ ਨਹੀਂ ਜੁੜੇ। ਇਸ ਕਰਕੇ ਮੈਂ ਆਪਣੇ ਵੀਰਾਂ ਨੂੰ ਕਹਿਣਾ ਬਈ ਆਪਣੇ
ਜਿਹੜੇ ਇਤਿਹਾਸ ਨਾਲ ਜੁੜੋ, ਪੜੋ, ਵੱਧ ਤੋਂ ਵੱਧ ਸ਼ਹੀਦ ਸਿੰਘਾਂ ਬਾਰੇ ਪੜੋ ਤੇ ਪਾਰਟੀਆਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਰਚ ਕਰੇ ਕਰੋ। ਇਹ ਨਾ ਸੋਚੋ ਵੀ ਅਸੀਂ ਜਿਹੜੀ ਰਾਜਨੀਤੀ ਗੰਦੀ ਆ ਵੀ ਅਸੀਂ ਇਹਦੇ ਵਿੱਚ ਨਹੀਂ ਜਾਣਾ। ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਵੜ ਕੇ ਦੇਖਣਾ ਚਾਹੀਦਾ ਵੀ ਕੀ ਚੀਜ਼ ਆ। ਸਾਨੂੰ ਹਰ ਇੱਕ ਸਿੱਖ ਦਾ ਤਾਂ ਕੰਮ ਹੀ ਸਿੱਖਣਾ ਵਾ। ਹਰ ਇੱਕ ਚੀਜ਼ ਨੂੰ ਸਿੱਖੋ ਵੀ ਇਹ ਚੀਜ਼ ਵੀ ਇਹ ਕਰ ਰਿਹਾ ਤੇ ਇਹ ਕਿਉਂ ਕਰ ਰਿਹਾ, ਵੀ ਇਹਦੇ ਵਿੱਚ ਕੀ ਆ। ਨੌਜਵਾਨਾਂ ਨੂੰ ਮੈਂ ਖਾਸ ਕਰਕੇ ਬਈ ਇਹ ਅਪੀਲ ਕਰਦਾ ਬਈ ਤੁਸੀਂ ਜਿਹੜਾ ਵੱਧ ਤੋਂ ਵੱਧ ਪਾਰਟੀ ਨਾਲ ਜੁੜੋ। ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਨੌਜਵਾਨਾਂ ਲਈ ਖਾਸ ਕਰਕੇ ਵੀ ਇੱਥੇ ਕੋਈ ਵਧੀਆ ਪਲੇਟਫਾਰਮ ਵੀ ਲੈ ਕੇ ਆਵਾਂਗੇ ਵੋਟਾਂ ਦੇ ਵਿੱਚ, ਤੇ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਾਡੀ ਜਿਹੜੀ ਸੋਚ, ਸਾਡੀ ਪਾਰਟੀ ਦੀ ਸੋਚ ਆ ਵੀ ਅਸੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਆਈਏ ਤੇ ਆਉਣ ਵਾਲੇ ਭਵਿੱਖ ਜਿਹੜਾ ਪੰਜਾਬ ਦਾ ਉਹ ਕੋਈ ਸੁਨਹਿਰੀ ਹੋਵੇ ਤੇ ਸਾਡੇ ਨੌਜਵਾਨੀ ਜਿਹੜੀ ਪੀੜ੍ਹੀ ਆ, ਆਉਣ ਵਾਲੀ ਸਾਡੀ ਪੀੜ੍ਹੀ ਸਾਨੂੰ ਆ ਕੇ ਸਵਾਲ ਨਾ ਪੁੱਛੇ ਵੀ ਤੁਸੀਂ ਕੀ ਕਰਦੇ ਸੀਗੇ ਜਦੋਂ ਸਾਡੇ ਨਾਲ ਆ ਚੀਜ਼ਾਂ ਬੀਤੀਆਂ ਤੇ ਤੁਸੀਂ ਕੀ ਕਰਦੇ ਸੀ। ਇਸੇ ਕਰਕੇ ਅਸੀਂ ਅੱਜ ਭੱਜੇ ਨੱਠੇ ਫਿਰਦੇ ਆ। ਸਾਡਾ ਕੋਈ ਜੀ ਨਹੀਂ ਕਰਦਾ ਵੀ ਅਸੀਂ ਆਪਣੇ ਘਰ ਛੱਡ ਕੇ ਇੱਥੇ ਆ ਜਾਈਏ, ਵੀ ਇੱਥੇ ਆ ਕੇ ਵੀ ਬੈਠੇ ਰਹੀਏ, ਜਾਂ ਉਹ ਸਿੰਘਾਂ ਦਾ ਵੀ ਜੀ ਨਹੀਂ ਕਰਦਾ ਸੀਗਾ ਬਈ ਜਿਹੜੇ ਆਪਣੇ ਘਰ-ਬਾਰ ਛੱਡ ਕੇ 27 ਸਾਲ, ਮੇਰੇ ਫਾਦਰ ਸਾਹਿਬ ਖੁਦ 27 ਸਾਲ ਦੇ ਸੀਗੇ ਜਦੋਂ ਉਹਨਾਂ ਨੇ ਸ਼ਹਾਦਤ ਪਾਈ ਆ। ਉਹਨਾਂ ਦੇ ਵੀ ਆਪਣੇ ਵਰਗੇ ਹੋਣਗੇ, ਸੁਪਨੇ ਹੋਣਗੇ ਵੀ ਅਸੀਂ ਆਹ ਕਰਨੇ ਜਾਂਦੇ ਜਾਂ ਆਹ ਕਰਨੇ ਜਾਂਦੇ, ਪਰ ਉਹਨਾਂ ਨੇ ਕੌਮ ਨੂੰ ਪਹਿਲ ਦਿੱਤੀ। ਇਸੇ ਕਰਕੇ ਮੇਰੇ ਵੀਰੋ ਆਪਣੇ ਆਪ ਨੂੰ ਪਛਾਣੋ, ਆਪਣੀ ਜ਼ਮੀਰ ਨੂੰ ਪਛਾਣੋ ਵੀ ਅਸੀਂ ਹੈ ਕੌਣ, ਸਾਡੀ ਜਿਹੜੀ ਇਤਿਹਾਸ ਆ ਉਹ ਹੈ ਕੀ ਆ। ਜਦ ਤੁਸੀਂ ਆਪਣੇ ਇਤਿਹਾਸ ਨਾਲ ਜੁੜ ਗਏ ਤੁਸੀਂ ਪਾਰਟੀ ਦਾ ਆਪੇ ਆਪਣੀ ਚੰਗੀ ਜੋੜ ਲਓਗੇ। ਇੰਨੀਆਂ ਹੀ ਵਿਚਾਰਾਂ ਕਰਦੇ ਹੋਏ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਵੱਧ ਤੋਂ ਵੱਧ ਇੱਥੇ ਨੌਜਵਾਨੀ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਤੇ ਅਮਰਦੀਪ ਵੀਰ ਹੋਣੀ ਤੇ ਸੰਦੀਪ ਸਿੰਘ ਵੀਰ ਹੋਣੀ ਇਹਨਾਂ ਨਾਲ ਜੁੜੋ ਤੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵਧੀਆ ਕੋਈ ਪੰਜਾਬ ਨੂੰ ਆਪਾਂ ਸੇਧ ਦੇ ਸਕੀਏ। ਇੰਨੀਆਂ ਬੇਨਤੀਆਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।